ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਤਿਗੁਰ ਦੇ ਮੁੱਖ ਗੁਰਸਿੱਖਾਂ ਨੂੰ ਕਿਹਾ ਹੈ। ਕਹਿਣ ਤੋਂ ਭਾਵ ਜੋ ਸੂਖਸ਼ਮ ਪ੍ਰਕਾਸ਼ ਰੂਪੀ ਸਤਿਗੁਰ ਦੇ ਮੁੱਖ ਦੇ ਬਚਨ ਹੁੰਦੇ ਆ, ਜਾਂ ਭਾਵ ਕਿ ਉਹਨਾਂ ਦਾ ਭੇਤ ਹੁੰਦਾ ਹੈ, ਜਾਂ ਉਹਨਾਂ ਦੇ ਦਿਲ ਦੀ ਗੱਲ ਹੁੰਦੀ ਹੈ, ਉਹਨੂੰ ਦੁਨਿਆਵੀ ਰੂਪ ਦੇ ਵਿੱਚ ਉਹਨਾਂ ਪਾਸੋਂ ਪ੍ਰਵਾਨ ਹੋਏ ਗੁਰਮੁਖ ਗੁਰਸਿੱਖ ਹੀ ਦੱਸਦੇ ਆ। ਤੇ ਦੂਜੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਿਹਾ ਕਿ ਸਭ ਤੋਂ ਪਹਿਲੀ ਕੁੰਜੀ ਜਿਹੜੀ ਆ, ਪ੍ਰਵਾਨਗੀ ਜਿਹੜੀ ਆ, ਜੇ ਆਪਾਂ ਕਹਿ ਦਈਏ ਗਵਾਹੀ ਆ, ਉਹ ਸੰਤ ਜਾਂ ਗੁਰਸਿੱਖ ਹੀ ਭਰਦੇ ਆ। ਸਾਡਾ ਮਨ ਪ੍ਰਵਾਨ ਉਹਦਾ ਹੁੰਦਾ ਜਦੋਂ ਅਸੀਂ ਸੰਤਾਂ ਦੇ ਗੁਰਮੁਖਾਂ ਦੇ ਕਹੇ ਬਚਨ ਦੇ ਮੁਤਾਬਕ ਚੱਲਦੇ ਹਾਂ। ਉਹਨਾਂ ਦੇ ਦਿੱਤੇ ਹੋਏ ਗਿਆਨ ਦੇ ਮੁਤਾਬਕ ਅਸੀਂ ਜਦੋਂ ਚੱਲਦੇ ਹਾਂ, ਉਦੋਂ ਸਾਡੀ ਪ੍ਰਵਾਨਗੀ ਹੁੰਦੀ ਹੈ। ਬਿਨਾਂ ਪੂਰੀ ਸਿੱਖਿਆ ਤੋਂ ਜਿੰਨੀ ਮਰਜ਼ੀ ਆਪਾਂ ਮਿਹਨਤ ਕਰੀ ਜਾਈਏ, ਸਤਿਗੁਰ ਪ੍ਰਵਾਨਗੀ ਨਹੀਂ ਦਿੰਦੇ, ਗਾਂ ਕਿਰਪਾ ਨਹੀਂ ਹੁੰਦੀ। ਮਹਾਰਾਜ ਨੇ ਦੂਜੀ ਗੱਲ ਵਿੱਚ ਇਹ ਵੀ ਕਿਹਾ ਵੀ ਜੇਕਰ ਤੁਸੀਂ ਗੁਰਮੁਖ ਗੁਰਸਿੱਖ ਇਹਨਾਂ ਦੇ ਬਚਨ ਕਮਾਉਂਦੇ ਨਹੀਂ, ਇਹਨਾਂ ਦੇ ਦੱਸੇ ਹੋਏ ਗਿਆਨ ਦੇ ਉੱਪਰ ਤੁਸੀਂ ਚੱਲਦੇ ਨਹੀਂ, ਤੇ ਤੁਸੀਂ ਉਸ ਤਰ੍ਹਾਂ ਭਾਲਦੇ ਆ ਬਈ ਸਾਨੂੰ ਨਿਧਾਨ ਵੀ ਮਿਲ ਜਾਵੇ, ਸਾਡੇ ਉੱਪਰ ਅਤੁੱਟ ਕਿਰਪਾ ਵੀ ਹੋ ਜਾਵੇ, ਤਾਂ ਫਿਰ ਕਹਿੰਦੇ ਬਹੁਤ ਮੁਸ਼ਕਿਲ ਹੈ। ਕਿਉਂਕਿ ਗੁਰਮੁਖ ਨੇ ਜੋ ਇਹ ਮਾਲਕ ਦੀ ਪ੍ਰਜਾ ਹੈ, ਦੁਨੀਆ ਦੇ ਵਿੱਚ ਆ ਕੇ ਸ਼ਬਦ ਦੀ ਸੇਵਾ ਤੇ ਮਾਲਕ ਦੀ ਸੇਵਾ ਦੇ ਨਾਲ ਜੋੜਨਾ ਹੁੰਦਾ। ਜਦੋਂ ਆਪਾਂ ਮਾਲਕ ਦੀ ਸੇਵਾ ਦੇ ਨਾਲ, ਸ਼ਬਦ ਦੀ ਸੇਵਾ ਦੇ ਨਾਲ ਜੁੜ ਜਾਂਦੇ ਹਾਂ, ਜਿੰਨੇ ਵੀ ਸਾਡੇ ਮਨ ਚਿੱਤ ਦੇ ਵਿੱਚ ਕਾਰਜ ਹੁੰਦੇ ਆ, ਸਾਡੀਆਂ ਆਸਾਂ ਮਨਸਾਂ ਹੁੰਦੀਆਂ ਨੇ। ਜਿਵੇਂ ਹੀ ਆਪਾਂ ਪੂਰਨ ਮਾਰਗ ਲੈ ਕੇ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਈਏ, ਇਸ ਰਸਤੇ ਉੱਪਰ ਖੋਜ ਕਰਨੀ ਸ਼ੁਰੂ ਕਰ ਦਈਏ, ਤੇ ਉਹ ਸਹਿਜ ਸੁਭਾਏ ਸਾਡੇ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਪਰ ਸਾਡਾ ਦਿਮਾਗ ਜਿਹੜਾ ਹੈ, ਉਹ ਦੁਨਿਆਵੀ ਵਪਾਰ ਕਰ ਕਰਕੇ ਇੱਕ ਰੁੱਖੇਪਨ ਦੇ ਵਿੱਚ ਆਇਆ ਹੋਇਆ। ਅਸੀਂ ਇੱਕ ਲੋਭੀ ਜੰਤ ਦੇ ਮੁਤਾਬਕ ਚੱਲਣਾ ਗਿੱਝੇ ਹੋਏ ਹਾਂ। ਤਾਂ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਪਾਸ ਜਾਂਦੇ ਹਾਂ, ਸਤਿਗੁਰ ਦੇ ਪਾਸ ਜਾਂਦੇ ਹਾਂ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਆ, ਅਸੀਂ ਮੱਥਾ ਵੀ ਟੇਕਦੇ ਹਾਂ, ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਅਸੀਂ ਚੜ੍ਹਾਵਾ ਵੀ ਚੜ੍ਹਾਉਂਦੇ ਹਾਂ, ਅਤੇ ਫਿਰ ਅਸੀਂ ਉਹਨਾਂ ਦੇ ਬਚਨ ਮੰਨੇ ਬਿਨਾਂ ਹੀ ਕਹਿੰਦੇ ਹਾਂ ਵੀ ਸਾਡਾ ਆਹ ਕਾਰਜ ਦੁਨਿਆਵੀ ਕਾਰਜ ਹੋ ਜਾਏ, ਸਾਨੂੰ ਮੁਕਤੀ ਮਿਲ ਜਾਏ, ਸਾਨੂੰ ਨਾਮਦਾਨ ਮਿਲ ਜਾਏ। ਉਹ ਸਾਨੂੰ ਫਿਰ ਸਮਝਾਉਂਦੇ ਆ ਵੀ ਜੇ ਤੁਸੀਂ ਦੁਨਿਆਵੀ ਕਾਰਜ ਸੁੱਖ ਚਾਹੁੰਦੇ ਹੋ, ਜੇ ਤੁਸੀਂ ਮੁਕਤੀ ਚਾਹੁੰਦੇ ਹੋ, ਨਾਮ ਦੀ ਪ੍ਰਾਪਤੀ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਬਦ ਸਿੱਖਣਾ ਪਏਗਾ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ।
ਕੀ ਕਹਿੰਦੇ, ਊਠਤ ਸੁਖੀਆ ਬੈਠਤ ਸੁਖੀਆ, ਵੀ ਉੱਠਦਿਆਂ ਬਹਿੰਦੇ ਤੁਸੀਂ ਸੁਖੀ ਹੋ ਜਾਓਗੇ। ਭਉ ਨਾ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰਜਾਮੀ। ਤੇ ਉਹ ਕਿਵੇਂ ਸੁੱਖ ਮਿਲੇਗਾ? ਅਖੀਰ ਚ ਪਰ ਕੀ ਦੱਸਦੇ ਨੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਗੁਰੂ ਮੰਤਰ ਨੂੰ ਤੁਸੀਂ ਦ੍ਰਿੜ ਕਰ ਲਓ। ਪਰ ਅਸੀਂ ਉਹਨਾਂ ਦੇ ਕੋਲ ਗਏ, ਜਿਵੇਂ ਅਸੀਂ ਇਸ ਮੱਤ ਨੂੰ, ਕਾਲ ਦੀ ਮੱਤ ਨੂੰ ਵਰਤਨੇ, ਵੀ ਜਿਵੇਂ ਆਪਾਂ ਦੁਨਿਆਵੀ ਗਏ, ਉੱਥੇ ਪੂੰਜੀ ਦਿੱਤੀ, ਸਮਾਨ ਲਿਆ ਵਾਪਸ। ਅਤੇ ਗੁਰਮੁਖਾਂ ਦੇ ਕੋਲ ਜਿਹੜੀ ਘਾਲਣਾ ਹੈ ਉਹ ਬੜੀ ਕਰੜੀ ਘਾਲਣਾ ਹੁੰਦੀ ਹੈ। ਉਹ ਆਂਦੇ ਵੀ ਇੱਥੇ ਤੁਸੀਂ ਆਏ ਹੋ, ਜੋ ਤੁਸੀਂ ਚੀਜ਼ ਮੰਗੀ ਹੈ ਠੀਕ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਜਾ ਕੇ ਸਾਡੇ ਮਨ ਨੂੰ ਇੱਕ ਸੁੱਖ ਮਿਲਦਾ, ਉਹਨਾਂ ਦੇ ਔਰੇ ਦੇ ਵਿੱਚ ਜਾ ਕੇ ਸਾਡੇ ਮਨ ਤਨ ਇੱਕ ਵਾਰੀ ਨਿਰਮਲ ਹੋ ਜਾਂਦੇ ਆ, ਕਿਉਂਕਿ ਉਹਨਾਂ ਦੀ ਪਾਵਰ ਹੁੰਦੀ। ਪਰ ਜੇ ਅਸੀਂ ਉਹਨਾਂ ਦੇ ਕਹੇ ਮੁਤਾਬਕ ਤਨ ਮਨ ਧਨ ਸੌਂਪ ਕੇ ਉਹ ਸੇਵਾ ਨੂੰ ਨਹੀਂ ਕਰਦੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਐਸੇ ਜਿਹੜੇ ਜੀਵ ਨੇ ਉਹ ਸਤਿਗੁਰ ਨੂੰ ਭਾਉਂਦੇ ਨਹੀਂ। ਮਹਾਰਾਜ ਕਹਿੰਦੇ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੇ ਸਤਿਗੁਰ ਭਾਵੈ। ਕਹਿੰਦੇ ਸਿੱਧਾ ਸਾਨੂੰ ਨਹੀਂ ਪਤਾ ਹੁੰਦਾ ਵੀ ਸਤਿਗੁਰ ਸਾਡੇ ਉੱਤੋਂ ਜਾਂ ਸਾਡੇ ਪਾਸੋਂ ਕੀ ਮੰਗਦੇ ਆ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੇ ਸਤਿਗੁਰ ਭਾਵੈ, ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਕਿੱਡਾ ਸੌਖਾ ਦੱਸਦਾ ਵੀ ਸਿੱਧਾ ਤਾਂ ਆਪਾਂ ਨੂੰ ਹੁਣ ਪ੍ਰਕਾਸ਼ ਰੂਪੀ ਸਤਿਗੁਰ ਦਾ ਪਤਾ ਨਹੀਂ। ਮਹਾਰਾਜ ਕਹਿੰਦੇ ਪਏ ਨੇ ਬਾਬਾ ਜੀ ਗੁਰੂ ਰਾਮਦਾਸ ਜੀ, ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ। ਸਾਨੂੰ ਸਿੱਧਾ ਤਾਂ ਪਤਾ ਨਹੀਂ ਵੀ ਸੱਚੇ ਪਾਤਸ਼ਾਹ ਸਾਡੇ ਤੋਂ ਕੀ ਡਿਮਾਂਡ ਕਰਦੇ ਆ, ਵੀ ਆ ਸਾਡੇ ਤੋਂ ਕਿਉਂ ਰੁੱਸੇ ਆ ਜਾਂ ਕੀ ਆ। ਪਰ ਮਹਾਰਾਜ ਕਹਿੰਦੇ ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ ਹੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਮਹਾਰਾਜ ਕਹਿੰਦੇ ਵੀ ਉਹ ਆਪਦੇ ਗੁਰਮੁਖਾਂ ਦੇ ਅੰਦਰ ਵਰਤਦਾ ਹੁੰਦਾ ਹੈ, ਅਤੇ ਜੋ ਗੁਰਮੁਖ ਕਵੇਗਾ ਤੇ ਤੁਸੀਂ ਗੁਰਮੁਖ ਦੇ ਕਹੇ ਮੁਤਾਬਕ ਗੁਰਮੁਖ ਨੂੰ ਖੁਸ਼ ਕਰੋ, ਸੰਤ ਨੂੰ ਖੁਸ਼ ਕਰੋ। ਹੁਣ ਦੁਨਿਆਵੀ ਸੰਤ ਕਿਵੇਂ ਖੁਸ਼ ਹੁੰਦਾ? ਜਿੰਨੀ ਤੁਸੀਂ ਉਹਦੇ ਅੱਗੇ ਮਾਇਆ ਸੱਟੋਗੇ, ਦੂਜਿਆਂ ਦੀ ਨਿੰਦਿਆ ਕਰੋਗੇ, ਧੜੇ ਬਣਾਉਣ ਦੀ ਗੱਲ ਕਰੋਗੇ, ਉਹਦੇ ਤਨ ਦੀ ਉਹਦੀ ਦੁਨਿਆਵੀ ਸੇਵਾ ਕਰੋਗੇ, ਪਦਾਰਥ ਦੀ ਸੇਵਾ ਕਰੋਗੇ, ਉਹ ਖੁਸ਼ ਹੋਏਗਾ। ਜੋ ਪੂਰਨ ਗੁਰਸਿੱਖ ਹੈ ਉਹ ਕਿਵੇਂ ਖੁਸ਼ ਹੋਏਗਾ? ਉਹ ਜਦੋਂ ਸਾਨੂੰ ਪੁੱਛੇਗਾ ਵੀ ਕਿੰਨਾ ਜਾਪ ਕਰਦੇ ਹੋ, ਕਿੰਨਾ ਕੁ ਤੁਸੀਂ ਸੱਚ ਨੂੰ ਪ੍ਰੇਮ ਕਰਦੇ ਹੋ, ਕਿਉਂਕਿ ਪੂਰਨ ਗੁਰਸਿੱਖ ਦੀ ਪ੍ਰੇਮਾ ਭਗਤੀ ਮਾਲਕ ਦੇ ਨਾਲ ਹੈ। ਅਤੇ ਜਦੋਂ ਜਾ ਕੇ ਜਿਹਦੇ ਨਾਲ ਗੁਰਸਿੱਖਾਂ ਦੀ ਪੂਰਨ ਪ੍ਰੇਮਾ ਭਗਤੀ ਹੁੰਦੀ ਹੈ, ਉਹਦੀਆਂ ਬਾਤਾਂ ਕਰੋਗੇ, ਉਹਨਾਂ ਪੂਰਨ ਗੁਰਸਿੱਖ ਖੁਸ਼ ਹੋਣਗੇ। ਅਤੇ ਜੇ ਤੁਸੀਂ ਉਹਨਾਂ ਕੋਲ ਬੈਠ ਕੇ ਬਗਲਿਆਂ ਵਾਲੀ ਭਾਸ਼ਾ ਵਰਤੋਗੇ, ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਤਾਂ ਫਿੱਕੇ ਬਚਨ ਕਰੀ ਜਾ ਰਹੇ ਨੇ, ਇੱਥੇ ਆ ਕੇ ਕੋਈ ਨਾਮ ਦੀ ਕੋਈ ਸੱਚ ਦੀ ਗੱਲ ਹੀ ਨਹੀਂ ਕੀਤੀ, ਖਾਲੀ ਨੇ, ਉਹ ਖੁਸ਼ੀ ਨਹੀਂ ਪ੍ਰਗਟਾਉਂਦੇ। ਅਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਖੁਸ਼ ਕਰ ਲਿਆ ਨਾ, ਅਤੇ ਸਤਿਗੁਰ ਸਹਿਜ ਸੁਭਾਏ ਖੁਸ਼ ਹੋ ਜਾਣਾ, ਕਿਉਂਕਿ ਉਹਨਾਂ ਨੇ ਪੂਰਨ ਗੁਰਸਿੱਖ ਨੇ, ਉਹ ਦੁਨਿਆਵੀ ਗੱਲ ਦਰੇੜੀ ਨਹੀਂ ਕਰਾਉਂਦੇ। ਮਹਾਰਾਜ ਕਹਿੰਦੇ ਸਤਿਗੁਰ ਆਖੇ ਸੋ ਕਾਰ ਕਮਾਵਣ, ਸੋ ਜਪ ਕਮਾਵੈ, ਗੁਰਸਿੱਖਾਂ ਕੀ ਘਾਲ ਸੱਚਾ ਥਾਂ ਪਾਵੈ। ਕਿਉਂਕਿ ਕਹਿੰਦੇ ਵੀ ਜਿਹੜਾ ਸਤਿਗੁਰ ਨੇ ਹੁਕਮ ਦਿੱਤਾ ਹੁੰਦਾ ਹੈ ਨਾਮ ਨੂੰ, ਸੱਚ ਨੂੰ ਦੇਖਣ ਦਾ, ਸ਼ਬਦ ਜਪਣ ਦਾ, ਉਹ ਗੁਰਸਿੱਖ ਕਮਾਉਂਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਨੂੰ ਚੰਗੇ ਲੱਗਦੇ ਨੇ। ਅਤੇ ਜੋ ਗੁਰਸਿੱਖਾਂ ਦੇ ਨਾਲ ਰਲ ਕੇ ਵੀ ਜਿਵੇਂ ਉਹਨਾਂ ਨੂੰ ਸਤਿਗੁਰ ਨੇ ਸੇਵਾ ਬਖਸ਼ੀ ਹੈ, ਉਵੇਂ ਉਹ ਵੀ ਕਮਾਉਣ ਲੱਗ ਜਾਂਦੇ ਨੇ। ਉਹਨਾਂ ਦੀ ਘਾਲਣਾ ਥਾਏ ਪੈ ਜਾਂਦੀ ਕਿ ਜਿਵੇਂ ਹੁਣ ਗੁਰਮੁਖ ਦਾ ਮਨ ਸਤਿਗੁਰ ਦੇ ਉੱਪਰ ਮੰਨਿਆ ਹੋਇਆ ਅਤੇ ਸੱਚ ਦਾ ਮਨ ਗੁਰਮੁਖ ਦੇ ਉੱਪਰ ਮੰਨਿਆ ਹੋਇਆ, ਦੋਨਾਂ ਦੇ ਅੰਦਰੋਂ ਪਿਆਰ ਪਿਆ ਹੋਇਆ। ਜਿਵੇਂ ਆਪਾਂ ਹੁਣ ਚਲੋ ਪਹਿਲੋਂ ਆਪਾਂ ਇਸ ਰਸਤੇ ਤੋਂ ਚੱਲਣ ਦੇ ਪਹਿਲੇ ਜਿਵੇਂ ਧਾਤ ਦੇ ਰਸਤੇ 'ਤੇ ਚੱਲਦੇ ਸੀ, ਵੀ ਜਿਵੇਂ ਕੋਈ ਕੰਮ ਕੁੰਮ ਕਰਾਉਣਾ ਹੁੰਦਾ ਸੀ ਨਾ, ਰਾਜਨੀਤਿਕ ਕੰਮ ਹੁੰਦਾ ਸੀ, ਮੰਨ ਲਓ ਕੋਈ ਬਦਲੀ ਕਰਾਉਣੀ ਹੈ, ਮੰਨ ਲਓ ਕੋਈ ਗ੍ਰਾਂਟ ਲੈਣੀ ਹੈ, ਕੋਈ ਸੜਕ ਦੀ, ਕੋਈ ਜੋਬ ਕਰਾਉਣੀ ਹੈ ਪਾਸ। ਜੇ ਮੰਤਰੀ ਨਹੀਂ ਹੀ ਮੰਨਦਾ ਹੁੰਦਾ ਤਾਂ ਮੰਤਰੀ ਦੀ ਘਰ ਵਾਲੀ ਕੋਲ ਜਾ ਕੇ ਬਹਿ ਜਾਣਾ, ਜਾਂ ਮੰਤਰੀ ਦੇ ਭਰਾ ਕੋਲ ਜਾ ਕੇ ਬਹਿ ਜਾਣਾ ਵੀ ਤੁਸੀਂ ਸਿਫਾਰਿਸ਼ ਕਰੋ ਸਾਡੀ। ਕਈ ਵਾਰੀ ਹੁੰਦਾ ਕਿ ਮੰਤਰੀ ਕੋਲ ਪਾਰਟੀਆਂ ਦੋ ਹੁੰਦੀਆਂ, ਸਿੱਧੀ ਉਹ ਗੱਲ ਨਹੀਂ ਸੁਣਦਾ। ਫਿਰ ਜੇ ਆਪਾਂ ਉਹਦੀ ਘਰ ਵਾਲੀ ਨੂੰ ਹੀ ਮਨਾ ਲਿਆ, ਸਭ ਤੋਂ ਵੱਡੀ ਗੱਲ ਤਾਂ ਮੰਤਰੀ ਆਪੇ ਮੰਨਿਆ ਮਨਾਇਆ। ਜੇ ਉਹਦੀ ਘਰ ਵਾਲੀ ਆਪਾਂ ਨੂੰ ਕਹਿ ਤਾ ਵੀ ਚਲੋ ਕੋਈ ਨਹੀਂ ਮੈਂ ਕਰਾਂਗੀ ਗੱਲ ਹੈ, ਜਾਂ ਭਰਾ ਛੋਟਾ ਹੋਵੇ, ਜਾਂ ਉਹਦੇ ਨੇੜੇ ਦਾ ਕੋਈ ਪੀਏ ਹੋਵੇ, ਚਲੋ ਲਾਸਟ ਤਾਂ ਇਹੀ ਹੁੰਦਾ।
ਤੇ ਜੇ ਉਹ ਕਹਿਤਾ ਤੇ ਉਹ ਕਹਿੰਦਾ ਤੇਰਾ ਕੰਮ ਹੋ ਜਾਏਗਾ। ਜੇ ਸਭ ਤੋਂ ਵੱਡੀ ਗੱਲ ਤਾਂ ਹੁੰਦਾ ਸੀ ਵੀ ਜੇ ਮੰਤਰੀ ਨਹੀਂ ਮੰਨਿਆ ਤੇ ਮੰਤਰੀ ਦੀ ਘਰ ਵਾਲੀ ਅੱਗੇ ਰਿਕੁਐਸਟ ਕਰ ਲਓ, ਕਿਉਂਕਿ ਉਹ ਨੇੜੇ ਦਾ ਰਿਸ਼ਤਾ ਹੁੰਦਾ। ਤੇ ਜਦੋਂ ਕਿਤੇ ਇਕੱਠੇ ਬੈਠੇ ਰੋਟੀ ਪਾਣੀ ਖਾਣਗੇ ਤੇ ਉਹਨੇ ਕਹਿ ਦੇਣਾ। ਇਸੇ ਤਰੀਕੇ ਉਹਦਾ ਜੇਕਰ ਸਾਡੇ ਤੇ ਮਨ ਮੰਨ ਗਿਆ ਤੇ ਮੰਤਰੀ ਤੋਂ ਸਿਫਾਰਿਸ਼ ਹੋ ਜਾਂਦੀ ਸੀਗੀ। ਨਿੱਜੀ ਐਕਸਪੀਰੀਅੰਸ, ਕਿਉਂਕਿ ਪਹਿਲੋਂ ਇਹ ਲਾਈਨ ਸੀ, ਪੋਲੀਟੀਕਲ ਲਾਈਨ ਸੀਗੀ ਨਾ। ਹੁਣ ਇਸੇ ਤਰੀਕੇ ਹੀ ਜਦੋਂ ਮਹਾਰਾਜ ਨੇ ਇਹ ਸ਼ਬਦ ਦੇ ਵਿੱਚ ਆਖਿਆ ਵੀ ਜੇ ਤੁਸੀਂ ਚਾਹੁੰਦੇ ਆ ਬਈ ਸੱਚਾ ਤੁਹਾਡੇ ਤੇ ਖੁਸ਼ੀ ਦੇਵੇ, ਜਿਵੇਂ ਆਪਾਂ ਦੇਖਦੇ ਹਾਂ ਜਿਹੜੇ ਮੰਤਰੀਆਂ ਦੇ ਪੀਏ ਹੁੰਦੇ ਨੇ, ਬੱਚੇ ਹੁੰਦੇ ਨੇ, ਉਹ ਕਿਹੜੇ ਐਵੇਂ ਸੜਕਾਂ 'ਤੇ ਤੁਰੇ ਫਿਰਦੇ ਨੇ। ਉਹਨਾਂ ਦੀ ਵੀ ਬੜੀ ਅੱਗੋਂ ਇੱਕ ਆਪ ਦਾ ਉਹਦਾ ਹੁੰਦਾ, ਛੇਤੀ ਉਹ ਵੀ ਬੰਦੇ ਨਾਲ ਗੱਲ ਨਹੀਂ ਕਰਦੇ, ਦੋਸਤੀ ਨਹੀਂ ਪਾਉਂਦੇ। ਇਸੇ ਤਰੀਕੇ ਜਿਹੜੇ ਸੰਤ ਹੁੰਦੇ ਤਾਂ ਮਿੱਠ ਬੋਲਣੇ ਨੇ, ਪਰ ਇਸ ਤਰੀਕੇ ਨਹੀਂ। ਉਹ ਕਮਾਈ ਵਾਲਿਆਂ ਨਾਲ ਗੱਲ ਕਰਦੇ ਆ, ਜਿਹੜੇ ਸੱਚ ਦੇ ਪਿਆਰੇ ਨੇ, ਸੱਚ ਦੇ ਗਾਹਕ ਨੇ, ਉਹਨਾਂ ਨਾਲ ਵਰਤਦੇ ਆ। ਜਣੇ ਖਣੇ ਨਾਲ ਥੋੜ੍ਹੀ ਨਾ ਹਾਮੀਆਂ ਭਰਨਗੇ। ਕਿਉਂ? ਮਹਾਰਾਜ ਕਹਿੰਦੇ ਸੰਤਨ ਅਵਰ ਨਾ ਕਾਹੂ ਜਾਣੀ, ਬੇਪਰਵਾਹ ਸਦਾ ਰੰਗ ਹਰ ਕੋ ਜਾਖੋ ਭਾਗ ਸੁਆਮੀ। ਉਹ ਤਾਂ ਬੇਪਰਵਾਹ ਹੁੰਦੇ ਆ। ਤੇ ਮਹਾਰਾਜ ਕਹਿੰਦੇ ਤੁਸੀਂ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਉਹਨਾਂ ਤੋਂ ਬਚਨ ਲੈ ਕੇ, ਰਸਤਾ ਪੁੱਛ ਕੇ, ਉਹ ਮਦਦ ਹਰ ਇੱਕ ਦੀ ਕਰਦੇ ਨੇ। ਫਿਰ ਉਸ ਤੋਂ ਬਾਅਦ ਉਹ ਦੇਖਦੇ ਆ ਵੀ ਸਾਡੇ ਕਹੇ ਮੁਤਾਬਕ ਕਿਹੜਾ ਕਿਹੜਾ ਚੱਲਦਾ ਹੈ। ਤਨ ਹੋ ਗਿਆ ਵੀ ਜੋ ਦੁਨਿਆਵੀ ਸਾਨੂੰ ਕਹਿਣ, ਚਾਹੇ ਇਲਾਹੀ ਕਹਿਣ, ਉਹਨਾਂ ਦਾ ਕੰਮ ਕਰਨਾ ਪਏਗਾ। ਮਨ ਜੋ ਬ੍ਰਹਮ ਦੀ ਉਹਨਾਂ ਨੇ ਕਹਾਣੀ ਦੱਸੀ ਉਵੇਂ ਕਮਾਉਣੀ ਪਏਗੀ ਮਨ ਕਰਕੇ। ਤੇ ਧਨ, ਸਵਾਸਾਂ ਦਾ ਧਨ ਜਿਹੜਾ ਫਿਰ ਉਹਨਾਂ ਦੇ ਲੇਖੇ ਹੋ ਜਾਂਦਾ ਵੀ ਜਿਵੇਂ ਕਹਿਣ ਮੈਂ ਉਵੇਂ ਕਰਾਂ। ਫਿਰ ਉਹ ਵੇਖਦੇ ਆ ਵੀ ਇਹ ਤਨ ਮਨ ਧਨ ਦੀ ਸੇਵਾ ਕਿਸ ਤਰੀਕੇ ਕਰਦਾ। ਕੀ ਪਤਾ ਸਾਡੇ ਮਨ ਦੀ ਸੇਵਾ ਤੋਂ ਖੁਸ਼ ਹੋਣ, ਸਾਡੇ ਤਨ ਦੀ ਸੇਵਾ ਤੋਂ ਖੁਸ਼ ਹੋਣ। ਉਹ ਫਿਰ ਜਦੋਂ ਉਹਨਾਂ ਦਾ ਜੀਅ ਮੰਨ ਜਾਂਦਾ, ਤੇ ਕਿਉਂਕਿ ਉਹ ਦਰ ਦੇ ਉੱਪਰ ਕਬੂਲ ਹੋਏ ਚਾਕਰ ਹੁੰਦੇ ਆ, ਤੇ ਉਹ ਫਿਰ ਅੰਤਰਗਤ ਹੀ ਆਪ ਦੀ, ਜਦੋਂ ਉਹਨਾਂ ਦੇ ਜੀਅ ਦੀ ਖੁਸ਼ੀ ਆ ਗਈ, ਉਹਨਾਂ ਦੇ ਜੀਅ 'ਚ ਸੱਚ ਵਸਿਆ, ਤੇ ਉਹ ਸੱਚ ਅੱਗੇ ਸਾਡੀ ਬੇਨਤੀ ਕਰਦੇ ਬਈ ਇਹ ਗੁਰਮੁਖ ਨਿਰਮਲ ਹੋ ਚੁੱਕਿਆ। ਜਿਵੇਂ ਇੱਕ ਪਿਓ ਦੇ 4 ਬੱਚੇ ਆ, ਚਾਰਾਂ ਦੇ ਅਗਲਾ ਅੱਡੋ ਅੱਡ ਸੁਭਾਅ ਨੇ, ਤੇ ਉਹ ਜੇ ਕੋਈ ਰਿਸ਼ਤੇਦਾਰ ਆਉਂਦਾ ਤੇ ਉਹ ਕਹਿੰਦਾ ਵੀ ਸੁਣਾ ਭਾਈ ਕਿਵੇਂ ਚੱਲਦਾ ਘਰ ਪਰਿਵਾਰ। ਉਹ ਆਪਣੇ ਆਪ ਹੀ ਜਿਹੜੇ ਬੱਚੇ ਤੇ ਜ਼ਿਆਦਾ ਮਨ ਮੰਨਿਆ ਗਾਂਦਾ ਆਹ ਤਾਂ ਸਿਆਣਾ, ਇਹ ਤਾਂ ਗੱਲ ਗੁੱਲ ਮੰਨਦਾ, ਆਹ ਥੋੜ੍ਹਾ ਜਿਹਾ ਕੌੜਾ, ਤੇ ਇਹ ਤਾਂ ਰਹਿੰਦਾ ਤੀਜੇ ਨੰਬਰ ਵਾਲਾ ਤਾਂ ਰਹਿੰਦਾ ਹੀ ਬਾਹਰ ਹੈ, ਤੇ ਚੌਥੇ ਵਾਲਾ ਤਾਂ ਬਈ ਆਪਣੇ ਵਾਕ 'ਤੇ ਨਹੀਂ ਚੱਲਿਆ, ਕੀ ਕਰੀਏ ਚਲੋ ਪੁੱਤਰ, ਇਸ ਤਰ੍ਹਾਂ ਕਹਿੰਦਾ ਨਾ। ਜਿਹਦੇ ਤੇ ਮਨ ਮੰਨਿਆ ਹੁੰਦਾ ਉਹਦਾ ਪਹਿਲੋਂ ਨਾਂ ਲੈਂਦਾ। ਇਸੇ ਤਰੀਕੇ ਜਦੋਂ ਸੰਤਾਂ ਭਗਤਾਂ ਦਾ ਮਨ ਮੰਨ ਗਿਆ, ਤੇ ਫਿਰ ਉਹਨਾਂ ਨੇ ਬਚਨ ਕਰਨੇ ਆ ਭਾਈ ਵਾਹ ਬਈ ਵਾਹ, ਇਹਦੀ ਸੇਵਾ ਬੜੀ ਵਧੀਆ, ਬੜਾ ਬਈ ਇਹ ਕਮਾਈ ਵੀ ਕਰਦਾ ਤੇ ਸਾਰਾ। ਜਦੋਂ ਉਹਨਾਂ ਦਾ ਮਨ ਮੰਨ ਗਿਆ ਹੈ ਨਾ, ਤੇ ਵੀ ਅਸੀਂ ਉਹਨਾਂ ਦੇ ਕਹੇ ਮੁਤਾਬਕ ਚੱਲੇ, ਉਹਨਾਂ ਸਾਡੀ ਗਵਾਹੀ ਭਰਨੀ, ਉੱਥੋਂ ਹੀ ਕਹਿੰਦੇ ਸਤਿਗੁਰ ਖੁਸ਼ ਹੋ ਜਾਣੇ ਨੇ। ਲਓ ਤੁਹਾਨੂੰ ਨਹੀਂ ਪਤਾ ਵੀ ਕੀ ਕਰਨਾ, ਤਾਂ ਕਹਿੰਦੇ ਉਹਦੇ ਚਾਕਰਾਂ ਦੇ ਚਾਕਰ ਹੋ ਜਾਓ। ਦਾਸਨ ਦਾਸ ਕਹੈ ਨਾਨਕ ਜਨ, ਵੀ ਦਾਸਾਂ ਦੇ ਦਾਸ ਹੋ ਜਾਓ। ਕਹਿੰਦੇ ਸਤਿਗੁਰ ਆਖੇ ਸੋ ਕਾਰ ਕਮਾਵਣ, ਸੋ ਜਪ ਕਮਾਵੈ, ਗੁਰ ਸਿੱਖਾਂ ਕੀ ਘਾਲ ਸੱਚਾ ਥਾਂ ਪਾਵੇ। ਫਿਰ ਥਾਂ ਪਾਵੇਗਾ, ਥਾਂ ਕਿਹੜੀ? ਵੀ ਉਹਨਾਂ ਦੇ ਮਨ ਦੇ ਉੱਪਰ ਵੀ ਕਿਰਪਾ ਕਰਕੇ, ਪ੍ਰਗਾਸ ਕਰਕੇ, ਉਹਨਾਂ ਨੂੰ ਅੰਦਰੋਂ ਬੈਠਾ ਫਿਰ ਜਿਤਾਉਣ ਲੱਗ ਪੈਂਦਾ ਜਿਹੜਾ ਇੱਕ ਅਭਿਆਸੀ ਸਿੰਘ ਹੁੰਦਾ। ਫਿਰ ਅੱਗੇ ਇੱਕ ਵਚਨ ਦੱਸਿਆ ਆ, ਵਿਣ ਸਤਿਗੁਰ ਕੇ ਹੁਕਮੇ, ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜੈ, ਤਿਸ ਗੁਰਸਿੱਖ ਫਿਰ ਨੇੜ ਨਾ ਆਵੈ। ਗੁਰ ਸਤਿਗੁਰ ਅੱਗੇ ਜੋ ਜੀ ਲਾਏ ਘੱਲ ਹੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਕਹਿੰਦੇ ਵੀ ਜੇ ਕੋਈ ਜੀਵ ਕਈ ਵਾਰੀ ਸਿਆਣਪ ਦੇ ਵਿੱਚ ਹੁੰਦੇ ਨੇ, ਕਿਉਂਕਿ ਸਾਰੇ ਇੱਕ ਸਾਰ ਨਹੀਂ ਆਉਂਦੇ, ਵੀ ਸਤਿਗੁਰ ਦੀ ਤਾਂ ਸੇਵਾ ਨਾ ਕਰਨ, ਸ਼ਬਦ ਦਾ ਅਭਿਆਸ ਨਾ ਕਰਨ, ਬ੍ਰਹਮ ਦੀ ਕਮਾਈ ਨਾ ਕਰਨ, ਮਨ ਦੀ ਖੋਜ ਨਾ ਕਰਨ, ਘਰ ਦਾ ਕੰਮ ਤਾਂ ਕਰਨ ਨਾ, ਉਵੇਂ ਕਹਿਣ ਵੀ ਫਰੀ 'ਚ ਹੀ ਭਾਈ ਸਾਨੂੰ ਗੁਰਮੁਖ ਚੰਨ 'ਤੇ ਚੜ੍ਹਾ ਦੇਣ, ਭਾਵ ਕਿ ਸਾਨੂੰ ਮੁਕਤੀ ਵੀ ਦਵਾ ਦੇਣ, ਸਾਡੇ 3 ਗੁਣ ਦੇ ਕੰਮ ਵੀ ਕਰਾ ਦੇਣ। ਤੇ ਫਿਰ ਕਹਿੰਦੇ ਐਸੇ ਗੁਰਸਿੱਖ ਜਿਹੜੇ ਗੁਰਮੁਖ ਹੁੰਦੇ ਆ ਨਾ, ਲਾਲਚੀ ਬਗਲੇ, ਉਹਨਾਂ ਨੂੰ ਕਹਿੰਦੇ ਗੁਰਸਿੱਖਾਂ ਤੋਂ ਸਹਿਜ ਸੁਭਾਏ ਸਤਿਗੁਰ ਦੂਰ ਕਰ ਦਿੰਦੇ। ਤੇ ਐਸਿਆਂ ਦੇ ਨੇੜੇ ਤਾਂ ਨਾ ਤਾਂ ਆਪ ਆਉਂਦਾ, ਤੇ ਆਪ ਦੇ ਗੁਰਮੁਖ ਦੇ ਆਪ ਦਾ ਜਿਹੜਾ ਉਹਦਾ ਖਾਸ ਬੱਚਾ, ਉਹਦੇ ਮਨ ਦੇ ਵਿੱਚ ਵੀ ਉਹ ਵਿਚਾਰ ਦੇ ਕੇ ਤੇ ਉਹਨੂੰ ਪਾਸੇ ਕਰ ਦਿੰਦਾ ਵੀ ਚੱਲ ਓਏ ਬਈ ਇਹ ਮੇਰੇ ਬੱਚੇ ਨੇ ਇੰਨੀ ਘਾਲਣਾ ਘਾਲੀ ਆ, ਤੇ ਘਾਲਣਾ ਦੇ ਵਿੱਚੋਂ ਇਹਨੂੰ ਵਡਿਆਈਆਂ ਮਿਲੀਆਂ ਆ, ਤੇ ਇਹ ਵੇਖ ਬਗਲਾ ਕਿੱਥੋਂ ਆਇਆ ਬਈ ਕੋਈ ਕਰਨ ਦਾ ਨਹੀਂ, ਧਰਨ ਦਾ ਨਹੀਂ, ਤੇ ਸਿੱਧਾ ਹੀ ਕਹਿੰਦਾ ਵੀ ਸਾਡੇ ਉੱਪਰ ਐਂ ਹੱਥ ਚੱਕੋ ਜੀ ਤੇ ਕਿਰਪਾ ਹੋ ਜਾਏ, ਹੁਣ ਲੱਖ ਰੁਪਈਆ ਦੇ ਦਿੰਦੇ ਆ ਤੁਹਾਨੂੰ। ਤੇ ਜੇ ਲੱਖ ਨਾਲ 2 ਲੱਖ ਨਾਲ ਕਿਰਪਾ ਹੁੰਦੀ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੇ ਇਸ ਤਰ੍ਹਾਂ ਰਿਸ਼ਵਤ ਲੈ ਕੇ ਕਿਰਪਾ ਕਰਦੇ, ਜਾਂ ਇਸ ਤਰ੍ਹਾਂ ਇਕੱਲਾ ਪੈਸਾ ਲੈ ਕੇ ਕਿਰਪਾ ਕਰਦੀ, ਤੇ
ਸਾਰਾ ਹਿੰਦੁਸਤਾਨ ਮੁਕਤ ਹੋ ਜਾਂਦਾ। ਪਰ ਕਿਹੜੇ ਹੋਏ? ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਤੇ ਮਸ਼ੱਕਤ ਦੇ ਨਾਲ ਧਿਆਇਆ, ਘਾਲਣਾ ਘਾਲੀਆਂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਫਿਰ ਦੂਜੇ ਪਾਤਸ਼ਾਹ ਕਹਿੰਦੇ ਆ ਹੋਰ ਕੀਤੀ ਛੁੱਟੀ ਨਾਲ। ਜਪਜੀ ਸਾਹਿਬ ਦੇ ਵਿੱਚ ਤਾਂ ਜਿਹੜਾ ਸਲੋਕ ਆਉਂਦਾ ਉਹਦੇ 'ਚ ਇਕੱਲਾ ਕੀਤੀ ਛੁੱਟੀ ਨਾਲ ਆ, ਪਰ ਅੱਗੇ ਬਾਣੀ 'ਚ ਸ਼ਬਦ ਦੁਬਾਰਾ ਰਿਪੀਟ ਹੁੰਦਾ। ਫਿਰ ਮਾਰੇ ਕਹਿੰਦੇ ਹੋਰ ਕੀਤੀ ਛੁੱਟੀ ਨਾਲ। ਗੁਰੂ ਅੰਗਦ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਮਸ਼ੱਕਤ ਦੇ ਨਾਲ ਘਾਲਣਾ ਘਾਲੀ ਆ, ਆਪ ਉਜੜ ਹੋਇਆ, ਹੋਰ ਪਤਾ ਨਹੀਂ ਕਿੰਨਿਆਂ ਨਾਲ ਛਡਾ ਕੇ ਲੈ ਗਏ। ਹੋਰ ਕੀਤੀ ਛੁੱਟੀ ਨਾਲ। ਜਪਜੀ ਸਾਹਿਬ 'ਚ ਹੋਰ ਸ਼ਬਦ ਨਹੀਂ ਆਉਂਦਾ, ਉੱਥੇ ਇਕੱਲਾ ਕੀਤੀ ਛੁੱਟੀ ਨਾਲ। ਇਸ ਤਰੀਕੇ ਮਹਾਰਾਜ ਕਹਿੰਦੇ ਵਿਣ ਸਤਿਗੁਰ ਕੇ ਹੁਕਮੇ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜ ਹੈ। ਹੁਣ ਜਿਹੜਾ ਕਾਲ ਦਾ ਅਨਾੜੀ ਅਸੰਤ ਹੈ, ਨਾ ਉਹਦੀ ਸਤਿਗੁਰ ਨਾਲ ਪ੍ਰੀਤ ਹੈ, ਨਾ ਉਹਦਾ ਜਪ ਤਪ ਹੈ, ਉਹ ਤਾਂ ਇੱਕ ਭੇਖ ਧਾਰੀ ਚੋਲਾ ਪਾ ਕੇ ਬਣਿਆ ਬੈਠਾ, ਤੇ ਨਾ ਉਹਦੇ ਕੋਲ ਕੰਮ ਹੋਣੇ। ਉਹ ਕਹਿੰਦੇ ਲੱਗ ਗਿਆ ਤੇ ਤੀਰ, ਨਹੀਂ ਤਾਂ ਤੁੱਕਾ। ਹਾਂਜੀ, 100 ਵਿੱਚੋਂ 10-20 ਦੇ ਵੈਸੇ ਹੀ ਕੰਮ ਹੋ ਜਾਂਦੇ ਆ, 30 ਦੇ ਹੋ ਜਾਂਦੇ ਆ। ਪਰ ਜਿਹੜਾ ਪੂਰਨ ਗੁਰਸਿੱਖ ਏ ਉਹ ਦੂਸਰੇ ਦੀ ਘਾਲਣਾ ਤੋਂ ਖੁਸ਼ ਹੋ ਕੇ ਉਹਨੂੰ ਜਿਹੜਾ ਹੈ ਪਿਆਰ, ਉਹਨੂੰ ਦਾਤਾਂ ਨਾਮ ਦੀਆਂ ਉਹਨੂੰ ਭੰਡਾਰੇ ਉਦੋਂ ਦਿੰਦਾ ਹੈ ਜਦੋਂ ਉਹ ਸਤਿਗੁਰ ਦੀ ਸੇਵਾ ਕਰਦਾ। ਤੇ ਕਹਿੰਦੇ ਜਿਹੜਾ ਸਤਿਗੁਰ ਦੀ ਸੇਵਾ ਨਹੀਂ ਕਰਦਾ, ਕਿਉਂਕਿ ਚਲੋ ਗੁਰਮੁਖ ਤਾਂ ਉਹਦੇ ਪਿਆਰ ਵਿੱਚ ਲੀਨ ਹੋਏ ਆ, ਪਰ ਮਾਲਕ ਤਾਂ ਸਭ ਨੂੰ ਵੇਖਦਾ ਪਿਆ ਨਾ। ਮਾਲਕ ਵੇਖਦਾ ਤੇ ਉਹ ਫਿਰ ਐਸੇ ਜਿਹੜੇ ਅਨਾੜੀ, ਐਸੇ ਲਾਲਚੀ ਹੁੰਦੇ ਆ, ਉਹਨਾਂ ਨੂੰ ਆਪਣੇ ਆਪ ਹੀ ਪਿੱਛੇ ਕਰ ਦਿੰਦਾ। ਵੇਖੋ ਕਿੰਨਾ ਸੌਖਾ ਇੱਕ ਦੱਸਿਆ। ਫਿਰ ਕਹਿੰਦੇ ਗੁਰ ਸਤਿਗੁਰ ਅੱਗੇ ਕੋ ਜੀ ਲਾਏ ਘਾਲੈ, ਤੇ ਸੱਗੇ ਗੁਰਸਿੱਖ ਕਾਰ ਕਮਾਵੈ। ਹੁਕਮ ਕੀਤਾ ਕਹਿੰਦੇ ਉਹਦੀ ਤੁਸੀਂ ਆਓ ਭਗਤ ਕਰੋ, ਉਹਦਾ ਤੁਸੀਂ ਜੀ ਕਰੋ, ਉਹਦੇ ਨਾਲ ਤੁਸੀਂ ਲੈਣ ਦੇਣ ਕਰੋ। ਜਿਹੜਾ ਗੁਰੂ ਤੇ ਸਤਿਗੁਰ ਦੀ ਭਾਵ ਕੇ ਸ਼ਬਦ ਦੀ ਕਮਾਈ ਕਰਦਾ ਤੇ ਸੱਚ ਦੀ ਸੇਵਾ ਕਰਦਾ, ਐਸਿਆਂ ਦਾ ਸਹਿਯੋਗ ਵੀ ਕਰੋ, ਐਸਿਆਂ ਦੇ ਨਾਲ ਹੈਲਪ ਵੀ ਕਰੋ ਉਹਨਾਂ ਦੀ। ਤੇ ਜੇ ਤੁਹਾਨੂੰ ਪਤਾ ਹੈ ਕੋਈ ਵੀ ਇਹ 10 ਦਿਨੀ 20 ਦਿਨੀ ਇਹਨੇ ਆ ਕੇ ਐਵੇਂ ਮੇਰੇ ਅੱਗੇ ਮਤਲਬ ਕਿ ਇੱਕ ਪਖੰਡ ਪਰਪੰਚ ਕਰਨਾ ਹੈ, ਨਾਮ ਸੱਚ ਦੀ ਬਾਣੀ ਦੀ ਸੇਵਾ ਨਹੀਂ ਕਰਨੀ, ਤੇ ਇਹਨੇ ਪਦਾਰਥ ਮੰਗਣੇ ਆ ਵੱਧੋ ਵੱਧ। ਅਸੀਂ ਆਮ ਤੌਰ 'ਤੇ ਹੀ ਕਹਿੰਦੇ ਹਾਂ ਸਾਡੇ ਘਰ ਦੇ ਵਿੱਚ ਕਲੇਸ਼ ਬੜਾ ਹੈ, ਸਾਡੇ ਘਰ ਦੇ ਵਿੱਚ ਸਰੀਰਕ ਬਿਮਾਰੀ ਹੈ, ਜਾਂ ਸਾਡੇ ਘਰ ਦੇ ਵਿੱਚ ਪੈਸੇ ਦੀ ਜਾਂ ਕਿਸੇ ਹੋਰ ਪਦਾਰਥਾਂ ਦੀ ਘਾਟ ਆ, ਤੇ ਉਸ ਤੋਂ ਫਿਰ ਅੱਗੇ ਉਹਨਾਂ ਨੂੰ ਸ਼ਬਦ ਦਾ ਅਭਿਆਸ ਅਤੇ ਸੱਚ ਦੀ ਸੇਵਾ ਦਾ ਤਰੀਕਾ ਦੱਸੀਦਾ। ਉਹ ਅਸੀਂ ਕਰੀਏ ਨਾ, ਤੇ ਅਸੀਂ ਵਾਰ-ਵਾਰ ਪਦਾਰਥ ਦੀ ਮੰਗ ਕਰੀਏ, ਤੇ ਮਹਾਰਾਜ ਕਹਿੰਦੇ ਐਸਿਆਂ ਤੋਂ ਨਾ ਸਤਿਗੁਰ ਖੁਸ਼ ਹੁੰਦਾ ਹੈ ਤੇ ਨਾ ਉਹਦੇ ਸੰਤ ਹੁੰਦੇ ਆ। ਮਹਾਰਾਜ ਕਹਿੰਦੇ ਗੁਰ ਸਤਿਗੁਰ ਅੱਗੇ ਜੀ ਲਾਏ ਘਾਲੈ, ਤੇ ਅੱਗੇ ਗੁਰਸਿੱਖ ਕਾਰ ਕਮਾਵੈ। ਕਹਿੰਦੇ ਜੇ ਠੱਗੀ ਆਵੈ, ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੈ। ਕਹਿੰਦਾ ਜਿਹੜਾ ਠੱਗ ਦ੍ਰਿਸ਼ਟੀ 'ਚ ਆਉਂਦਾ ਹੈ, ਨਾ ਨਾਮ ਜਪਣਾ ਨਾ ਕਰਨਾ, ਠੱਗੀ ਆਇਆ ਕੋਲ ਬੈਠਾ, ਠੱਗੀਆਂ ਮਾਰੀਆਂ, ਭਾਵ ਕਿ 2-4 ਕੋ ਮਿੱਠੀਆਂ ਗੱਲਾਂ ਕੀਤੀਆਂ ਦੁਨਿਆਵੀ ਤੇ ਉੱਠ ਗਿਆ। ਕਹਿੰਦੇ ਐਸਿਆਂ ਦੇ ਕੋਲ ਗੁਰਸਿੱਖ ਜਾਂਦਾ ਵੀ ਨਹੀਂ ਗਾ, ਨਾ ਉਹਨਾਂ 'ਤੇ ਕਿਰਪਾ ਕਰੇ ਤੇ ਨਾ ਉਹਨਾਂ ਨੂੰ ਕੋਈ ਬਚਨ ਦੇਵੇ, ਨਾ ਉਹਨਾਂ ਨੂੰ ਕੋਈ ਦ੍ਰਿਸ਼ਟੀ ਦੇਵੇ। ਫਿਰ ਚੌਥੇ ਪਾਤਸ਼ਾਹ ਕਹਿੰਦੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ। ਕਹਿੰਦੇ ਅਸੀਂ ਨਹੀਂ ਕਹਿ ਰਹੇ, ਇਹ ਸਾਨੂੰ ਦਰਗਾਹ ਦੇ ਵਿੱਚੋਂ ਜੋ ਬਚਨ ਹੋਏ ਨੇ ਉਹ ਤੁਹਾਨੂੰ ਸੁਣਾਉਣੇ ਪਏ ਆ। ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁੱਖ ਪਾਵੈ। ਤੇ ਕਹਿੰਦੇ ਸਤਿਗੁਰ ਨੂੰ ਖੁਸ਼ ਨਹੀਂ ਕੀਤਾ, ਤੇ ਵੈਸੇ ਹੀ ਜਿਵੇਂ ਆਮ ਅੱਜ ਕੱਲ੍ਹ ਜੀਵ ਹੁੰਦੇ ਆ ਨਾ, ਉਹ ਸਿਆਣੇ ਨੇ ਸਾਨੂੰ ਕਿਹਾ ਤੁਸੀਂ ਆਹ ਟੂਣਾ ਕਰ ਲਓ, ਟੂਣਾ ਨਹੀਂ ਤੇ ਵੀ ਤੁਸੀਂ ਆਹ ਤੇਲ ਦਾਨ ਕਰ ਦਿਓ, ਮੱਛੀਆਂ ਨੂੰ ਆਟਾ ਪਾ ਦਿਓ, ਕੀੜਿਆਂ ਨੂੰ ਆਟਾ ਪਾ ਦਿਓ, ਨਾਮ ਨਹੀਂ ਜਪਣਾ। ਕਹਿੰਦੇ ਹੁੰਦੇ ਪੁਰਾਣੇ ਬਜ਼ੁਰਗ ਔੜ ਪੌੜ ਕਰ ਲਓ ਕੋਈ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਦਾਤਾ ਏ, ਦਾਤੇ ਨਾਲ ਤੁਸੀਂ ਪਿਆਰ ਪਾਇਆ ਨਹੀਂ, ਤੇ ਦਾਤੇ ਤੋਂ ਬਿਨਾਂ ਤੁਸੀਂ ਕੰਮ ਕਰਾਉਣਾ ਲੋਚਦੇ ਪਏ ਹੋ, ਤੇ ਕਹਿੰਦੇ ਬੜਾ ਦੁੱਖ ਪਾਓਗੇ। ਆਮ ਆਪਾਂ ਦੇਖਦੇ ਹਾਂ ਨਾ, ਪੱਥਰ ਇੱਕ ਬਣਿਆ ਹੋਇਆ, ਪੱਥਰ ਦੇ ਉੱਪਰ ਜਾ ਕੇ ਉੱਥੇ ਕਿਤੇ ਕੋਈ ਪ੍ਰਸ਼ਾਦ ਚੜਾਉਂਦਾ ਹੈ, ਕੋਈ ਉੱਥੇ ਜਾ ਕੇ ਮੱਥੇ ਟੇਕਦਾ ਹੈ, ਕੋਈ ਉੱਥੇ ਜਾ ਕੇ ਬਲੀਆਂ ਦਿੰਦਾ ਹੈ। ਉਹ ਪੱਥਰ ਨੂੰ ਛੱਡ, ਅਕਾਲ ਪੁਰਖ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ, ਨਾਮ ਸੱਚ ਦੀ ਸੇਵਾ ਨੂੰ ਛੱਡ ਕੇ, ਕਹਿੰਦੇ ਵਿਣ ਸਤਿਗੁਰ, ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ। ਵੀ ਗੁਰਮੁਖਾਂ ਦੇ ਉੱਪਰ ਆਪ ਦਾ ਕੋਈ ਪੈਸੇ ਦਾ ਭਾਵ ਛੱਡ ਕੇ, ਕੋਈ ਆਪਦੀ ਪਹੁੰਚ ਨਾਲ ਗੁਰਸਿੱਖਾਂ ਤੋਂ ਕੰਮ ਕਰਾਉਣਾ ਲੋਚੇ, ਤੇ ਉਹ ਕਹਿੰਦੇ ਮਹਾਂ ਦੁੱਖ ਪਾਉਂਦਾ। ਇਹਦੇ ਵਿੱਚ ਮੁੱਖ ਦੀ ਗੱਲ ਕਹੀ ਵੀ ਜੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਗੁਰਮੁਖਾਂ ਤੋਂ ਦਾਤਾਂ ਲੈਣੀਆਂ ਨੇ, ਜੁੜਨਾ, ਤੇ ਨਾਲ ਕਮਾਈ ਵੀ ਕਰਨੀ ਪੈਂਦੀ ਆ। ਕਮਾਈ ਅਸੀਂ ਕਰੀਏ ਨਾ,
ਤੇ ਕੱਲੀ ਖੀਰ ਖਾਣੀ ਜਾਣੀਏ। ਹੁਣ ਜਿਵੇਂ ਜਿੱਥੇ ਨਾਮ ਦਾ ਪ੍ਰਤਾਪ ਉਸਤਤ ਹੁੰਦਾ ਨਾ, ਜੋ ਗੁਰੂ ਘਰ ਹੁੰਦਾ ਹੈ ਜਾਂ ਗੁਰਮੁਖ ਹੁੰਦਾ ਹੈ, ਕਿਉਂਕਿ ਉਹ ਸੱਚ ਦੀ ਵਡਿਆਈ ਕਰਦੇ ਨੇ ਅਤੇ ਸੱਚ ਉਹਨਾਂ ਨੂੰ ਵਡਿਆਈਆਂ ਦਿੰਦਾ, ਉੱਥੇ ਬੜੀ ਬਰਕਤ ਹੁੰਦੀ ਆ। ਉਹਨਾਂ ਦੇ ਪਾਸ ਵੈਸੇ ਹੀ ਖੁੱਲ੍ਹੇ ਭੰਡਾਰੇ ਹੁੰਦੇ ਆ। ਅਤੇ ਕਈ ਜਿਹੜੇ ਐਸੇ ਜੀਵ ਹੁੰਦੇ ਆ, ਉਹ ਨਿਰਾਪੁਰਾ ਹੀ ਸੋਚਦੇ ਆ ਵੀ ਚੱਲੀਏ ਉੱਥੇ ਕੋਈ 4 ਦਿਨ ਨਜ਼ਾਰੇ ਲੈ ਆਵਾਂਗੇ। ਹਾਂਜੀ, ਜੇਕਰ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ, ਗੁਰਮੁਖਾਂ ਪਾਸ ਜਾ ਕੇ ਨਾਮ ਨਹੀਂ ਜਪਣਾ, ਉੱਥੇ ਇਕੱਲੇ ਵੀ ਉੱਥੇ ਖੁੱਲ੍ਹੀ ਖੀਰ ਚੱਲਦੀ ਹੋਣੀ ਆ, ਸੌਣ ਨੂੰ ਪੱਖੇ ਚੱਲਦੇ ਹੋਣੇ ਆ, AC ਚੱਲਦਾ ਹੋਊਗਾ, ਚੱਲ 4 ਦਿਨ ਉੱਥੇ ਚੰਗੇ ਕੱਟਾਂਗੇ। ਹਾਂਜੀ, ਜਿਵੇਂ ਆਪਾਂ ਮਾਮਿਆਂ ਦੇ, ਭੂਆ ਦੇ ਜਾਂ ਕਿਤੇ ਸਹੁਰਿਆਂ ਸਾਰਿਆਂ 'ਤੇ ਜਾਂਦੇ ਹਾਂ, ਉਸ ਭਾਵ ਨਾਲ। ਅਤੇ ਮਹਾਰਾਜ ਕਹਿੰਦੇ ਬੜਾ ਦੁੱਖ ਪਾਓ। ਜੇ ਕਿਸੇ ਗੁਰਮੁਖ ਦੇ ਕੋਲ ਜਾ ਕੇ ਤੁਹਾਨੂੰ ਸੁੱਖ ਮਿਲਦਾ ਹੈ, ਉੱਥੇ ਤੁਹਾਨੂੰ ਕੁਛ ਸੱਚ ਦੀ ਸੁੱਖ ਮਿਲਦਾ ਹੈ, ਦਾਤਾਂ ਮਿਲਦੀਆਂ ਨੇ, ਲੰਗਰ ਪਾਣੀ ਖਾਣ ਪੀਣ ਨੂੰ ਖੁੱਲ੍ਹਾ ਮਿਲਦਾ, ਫਿਰ ਉੱਥੋਂ ਨਾਲ ਜਾ ਕੇ ਆਪ ਦੇਣਾ ਵੀ ਪੈਂਦਾ ਕੁਛ। ਉਹ ਕੀ ਦੇਣਾ? ਉੱਥੇ ਸ਼ਬਦ ਦਾ ਅਭਿਆਸ ਕਰੋ, ਨਾਮ ਦਾ ਅਭਿਆਸ ਕਰੋ, ਸੱਚ ਦੀ ਵਡਿਆਈ ਕਰੋ, ਕਮਾਈ ਕਰੋ। ਸੰਤ ਕੀ ਸੇਵਾ ਨਾਮ ਧਿਆਈ ਹੈ। ਜੇ ਸੰਤ ਦੀ ਸੇਵਾ ਨਹੀਂ ਕੀਤੀ ਨਾਮ ਧਿਆਉਣ ਵਾਲੀ, ਅਤੇ ਇਕੱਲੀਆਂ ਫਰੀ ਦੀਆਂ ਦਾਤਾਂ ਲਾਓਗੇ, ਅਤੇ ਫਿਰ ਉਹ ਵੀ ਸਾਡਾ ਮਨ ਜਿਹੜਾ ਹੈ, ਜਦੋਂ ਅਸੀਂ ਬਚਨ ਮੰਨਿਆ ਨਹੀਂ ਅਤੇ ਫਰੀ ਦਾ ਅਸੀਂ ਚਾਹੁੰਦੇ ਹਾਂ, ਅਤੇ ਉਹ ਵੀ ਫਿਰ ਸਾਡੇ ਮਹਾਰਾਜ ਕਹਿੰਦੇ ਮਹਾਂ ਦੁੱਖ ਐਸੇ ਜੀਵ ਪਾਉਂਦੇ ਆ। ਇਸ ਕਰਕੇ ਸੱਚੇ ਪਾਤਸ਼ਾਹ ਨੇ ਸਾਨੂੰ ਜੋ ਦੱਸਿਆ ਹੈ, ਉਹਨਾਂ ਨੇ ਕਿਹਾ ਸਾਰਾ ਸੋਚ ਸਮਝ ਕੇ ਹੀ ਤੁਸੀਂ ਕਰਨਾ ਹੈ। ਪਰ ਬਹੁਤੇ ਜੀਵ ਫਿਰ ਐਸੇ ਵੀ ਨੇ, ਕੁਛ ਜੀਵ ਤਾਂ ਚਲੋ ਦੁਨਿਆਵੀ ਤੌਰ 'ਤੇ ਐਸੇ ਹੁੰਦੇ ਆ ਵੀ ਜਿਨ੍ਹਾਂ ਨੂੰ ਨਾ ਸੱਚ ਦਾ ਭੇਤ, ਨਾ ਨਾਮ ਸੱਚ ਦਾ ਭੇਤ, ਨਾ ਸੰਗਤ ਦਾ ਭੇਤ, ਉਹ ਸਹਿਜ ਸੁਭਾਅ ਦੁਨੀਆ ਦੇ ਵਿੱਚ ਤੁਰੇ ਫਿਰਦੇ ਆ। ਪਰ ਕੁਝ ਜੀਵ ਐਸੇ ਆ ਵੀ ਜਿਨ੍ਹਾਂ ਨੂੰ ਸੰਗਤ ਵਿੱਚ ਆਣ ਕੇ ਭੇਤ ਵੀ ਆ ਜਾਂਦਾ ਹੈ, ਥੋੜ੍ਹਾ ਚਿਰ ਨਾਮ ਵੀ ਜਪ ਲੈਂਦੇ ਆ, ਜਿਨ੍ਹਾਂ ਨੂੰ ਪੱਥਰ ਕਹਿ ਦਿੱਤਾ ਜਾਂ ਸੱਪ ਵੀ ਕਹਿ ਦਿੱਤਾ ਵੀ ਨਾਮ ਜਪ ਕੇ ਭੇਤ ਲੈ ਕੇ ਗਿਆਨ ਹੋਣ ਤੋਂ ਬਾਵਜੂਦ ਵੀ ਫਿਰ ਦੁਬਿਧਾ ਕਰਨੀ, ਫਿਰ ਪੰਜਾਂ ਦੇ ਨਾਲ ਰਲਣਾ, ਕਿੰਤੂ ਪਰੰਤੂ ਕਰਨਾ, ਗਿਆਨ ਹੋਣ ਤੋਂ ਬਾਵਜੂਦ ਵੀ ਸਾਡਾ ਸਵਾਸਾਂ ਦਾ ਧਨ ਕਿੱਥੋਂ ਆ ਰਿਹਾ, ਸਾਡੇ ਮਨ ਦੀ ਖੁਰਾਕ ਕਿਹੜੀ ਆ, ਸਾਡਾ ਮਨ ਕਿਵੇਂ ਇਸ ਦੁਨੀਆ ਦੇ ਵਿੱਚ ਖੇਡਣ ਆਉਂਦਾ ਹੈ, ਫਿਰ ਜਾਣ ਬੂਝ ਕੇ। ਅਤੇ ਮਹਾਰਾਜ ਨੇ ਫਿਰ ਕਿਹਾ ਸੰਪਤ ਰਥ ਧਨ ਰਾਜ ਸਿਉ ਅਤ ਨੇ ਲਗਾਇਓ। ਸੰਪੱਤੀ, ਕਾਰਾਂ, ਗੱਡੀਆਂ, ਭਾਵ ਕੇ ਰਥ, ਜਿਵੇਂ ਕਹਿਤਾ, ਧਨ ਰਾਜ ਸਿਉ ਅਤ ਨੇ ਲਗਾਇਓ। ਕਾਲ ਫਾਸ ਜਬ ਗਲ ਭਰੀ ਸਭ ਭਇਓ ਪਰਾਇਓ। ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰਿਓ। ਸਾਰਾ ਕੁਛ ਸਮਝਣ ਤੋਂ ਬਾਅਦ ਵੀ, ਬੁੱਝਣ ਤੋਂ ਬਾਅਦ ਵੀ, ਮੰਨ ਲਓ ਕਈ ਗੁਰਮੁਖਾਂ ਦੀ ਕਿਰਪਾ ਵੀ ਹੋ ਜਾਂਦੀ ਹੈ, ਅਨਹਦ ਸ਼ਬਦ ਚੱਲ ਪਏ ਜਾਂ ਸਿਮਰਨ ਚੱਲ ਪਿਆ, ਫਿਰ ਰਸਤਾ ਲੰਬਾ ਹੈ ਕਿਉਂਕਿ, ਅਤੇ ਕਾਲ ਦਾ ਜ਼ੋਰ ਬੜਾ। ਕਹਿੰਦੇ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰਿਓ। ਪਾਪ ਕਰਤ ਸਕੁਚਿਓ ਨਹੀਂ ਨੈ ਗਰਭ ਨਿਵਾਰਿਓ। ਅਤੇ ਜੇ ਫਿਰ ਮਹਾਰਾਜ ਕਹਿੰਦੇ ਜਾਣਨ ਤੋਂ ਸਮਝਣ ਤੋਂ ਬਾਅਦ ਵੀ ਤੁਸੀਂ ਆਪ ਦਾ ਮਾਰਗ ਧਾਤ ਦਾ ਨਹੀਂ ਛੱਡਦੇ, ਅਤੇ ਮਹਾਰਾਜ ਫਿਰ ਕਹਿੰਦੇ ਤੁਹਾਨੂੰ ਗਰਭ ਦੀ ਅਗਨ ਦੇ ਵਿੱਚੋਂ ਨਹੀਂ ਕੱਢਦੇ। ਤੁਹਾਡੀ ਇਹ ਨਹੀਂ ਅਵਸਥਾ ਦੇਖੀ ਜਾਂਦੀ ਵੀ ਤੁਸੀਂ ਇੰਨੇ ਵੱਡੇ ਵਿਆਸੀ ਆ, ਜਾਂ ਤੁਹਾਡਾ ਸੰਸਾਰ ਦੇ ਵਿੱਚ ਨਾਮ ਆ, ਜਾਂ ਤੁਸੀਂ ਕਿਵੇਂ ਦੇ ਕੱਪੜੇ ਪਹਿਨਦੇ ਹੋ, ਕੀ ਸਰੀਰ ਦੀ ਰਹਿਤ ਹੈ ਤੁਹਾਡੀ। ਮਹਾਰਾਜ ਕਹਿੰਦੇ ਵੀ ਜੋ ਉਪਦੇਸ਼ ਸੰਗਤ ਦੇ ਵਿੱਚੋਂ ਸੁਣਿਆ ਹੈ, ਜਿਵੇਂ ਨਾਮ ਜਪਿਆ ਹੈ, ਉਸ ਤੋਂ ਬਾਅਦ ਮਨ ਕਰਕੇ ਕੀ ਫਰਕ ਪਿਆ, ਮਨ ਕਿਹੜੀ ਸੇਵਾ ਕਰਦਾ ਹੈ, ਸਾਡਾ ਧਿਆਨ ਜਿਹੜਾ ਹੈ, ਸਾਡਾ ਪਿਆਰ ਲਗਾਵ ਜਿਹੜਾ ਉਹ ਬਦਲਿਆ ਜਾਂ ਨਹੀਂ ਬਦਲਿਆ, ਜਾਂ ਮਨ ਹਜੇ ਉਹਨਾਂ ਵਿਚਾਰਾਂ ਦੇ ਵਿੱਚ ਹੀ ਦੁਬਾਰਾ ਜਿਹੜੇ ਵਿਚਾਰਾਂ ਤੋਂ ਸ਼ਬਦ ਦਾ ਅਭਿਆਸ, ਅਸੀਂ ਗੁਰਮੰਤਰ ਦਾ ਅਭਿਆਸ ਕਿਉਂ ਕਰਦੇ ਹਾਂ ਵੀ ਸਾਡਾ ਮਨ ਜਿਹੜਾ ਹੈ ਉਹ ਸਾਡੇ ਵੱਸ ਆ ਕੇ ਇਹ ਪੰਜਾਂ ਤੋਂ ਨਿਕਲ ਜਾਵੇ, ਸਾਡੇ ਵੱਸ ਆ ਜਾਵੇ, ਅਤੇ ਜੋ ਸਹਿਜ ਸੁਭਾਏ ਸਾਡੇ ਮੁੱਖੋਂ ਕਦੇ ਕ੍ਰੋਧ ਦੇ ਵਚਨ ਨਿਕਲਦੇ ਆ, ਕਦੇ ਨਿੰਦਿਆ ਦੁਬਿਧਾ ਦੇ ਵਚਨ ਨਿਕਲਦੇ ਆ, ਕਦੇ ਕਾਮ ਦੇ ਨਿਕਲਦੇ ਆ, ਇਹ ਨਾ ਨਿਕਲਣ, ਅਤੇ ਅਸੀਂ ਮਿੱਠਾ ਬੋਲੀਏ, ਬ੍ਰਹਮ ਦੇ ਗਿਆਨ ਦੇ ਦੁਆਰਾ ਬੋਲੀਏ। ਅਤੇ ਜੇ ਅਭਿਆਸ ਕਰਕੇ ਇਹ ਚੀਜ਼ਾਂ ਪ੍ਰਗਟ ਹੀ ਨਹੀਂ ਹੋਈਆਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ, ਫਿਰ ਤਾਂ ਨੀਚ ਕਰਮ ਬਣ ਜਾਂਦੇ ਆ, ਅਤੇ ਉੱਥੇ ਫਿਰ ਸਾਨੂੰ ਦੁੱਖ ਮਿਲਦਾ। ਅਤੇ ਮਹਾਰਾਜ ਕਹਿੰਦੇ ਆ ਵੀ ਜਿਹੜਾ ਮਨ ਨੂੰ ਸੁਧਾਰਨਾ ਹੈ,
ਇਸੇ ਕਰਕੇ ਹੀ ਤੁਹਾਨੂੰ ਸੰਗਤ ਰੂਪੀ ਜਿਹੜੀ ਆ ਸਕੂਲ ਸੰਗਤ ਦਾ ਜਿਹੜਾ ਲਾਹਾ ਦਿੱਤਾ ਜਾਂਦਾ ਵੀ ਤੁਸੀਂ ਆਪਦੇ ਮਨ ਦਾ ਲਾਹਾ ਖੱਟ ਲਓ, ਸਵਾਸਾਂ ਦਾ ਧਨ ਜਮ੍ਹਾਂ ਕਰਾ ਲਓ। ਤੇ ਉਹਦੇ ਵਾਸਤੇ ਸੌਖੇ ਤੋਂ ਸੌਖਾ ਮਾਰਗ ਦੱਸ ਦਿੱਤਾ ਹੈ ਵੀ ਜੇ ਤੁਹਾਨੂੰ ਕੁਛ ਵੀ ਨਹੀਂ ਪਤਾ, ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜਿਉ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਈ। ਵੀ ਫਿਰ ਗੁਰਸਿੱਖ ਦੇ ਚਰਨਾਂ ਦੀ ਧੂੜ ਬਣ ਕੇ ਉਹਦੇ ਬਚਨਾਂ ਪਿੱਛੇ ਹੋ ਜਾਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀ। ਮੈਨੂੰ ਉਹਨੂੰ ਆਖੋ ਵੀ ਸਾਨੂੰ ਐਸਾ ਉਪਦੇਸ਼ ਦੱਸ ਵੀ ਜਿਸ ਉਪਦੇਸ਼ ਨੂੰ ਅਸੀਂ ਕਮਾਈਏ ਤੇ ਸਾਡਾ ਮਨ ਕਿਸੇ ਦੂਸਰੇ ਪਾਸੇ ਭਟਕਣਾ 'ਚ ਨਾ ਭਟਕੇ। ਫਿਰ ਉਹ ਸਾਨੂੰ ਕੀ ਦੱਸਦੇ ਨੇ? ਉਹ ਸਾਨੂੰ ਫਿਰ ਵਿਚਾਰਾਂ ਨੂੰ ਮਾਰਨ ਦਾ ਤਰੀਕਾ ਦੱਸਦੇ ਆ। ਉਹ ਤਰੀਕਾ ਦੱਸ ਦਿੰਦੇ ਆ ਵੀ ਗੁਰਮੰਤਰ ਦਾ ਤੁਸੀਂ ਅਭਿਆਸ ਕਰੋ, ਧੁਨ ਵਿੱਚ ਧਿਆਨ ਧਰ ਕੇ ਜਦੋਂ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਤੁਹਾਡੇ ਵਿਚਾਰ ਰੁਕ ਜਾਣਗੇ। ਵਿਚਾਰ ਰੁਕਣ ਤੇ ਮਨ ਸਹਿਜ ਸੁਭਾਏ ਸੁੰਨ ਵਿੱਚ ਆਸਣ ਲਗਾ ਲੈਂਦਾ, ਸੁੰਨ ਦੇ ਉੱਪਰ ਚਲਾ ਜਾਂਦਾ। ਸੁੰਨ ਭਾਵ ਜਿੱਥੇ ਸਾਨੂੰ ਫਿਰ ਕੋਈ ਮਹਿਸੂਸ ਨਹੀਂ ਹੁੰਦਾ, ਫੁਰਨੇ ਪਿੱਛੇ ਰਹਿ ਜਾਂਦੇ ਆ, ਸਰੀਰ ਸਹਿਜ ਹੋ ਜਾਂਦਾ। ਤੇ ਫਿਰ ਸੋ ਸੁੰਨ ਜਿਹੜਾ ਹੈ, ਸੁੰਨ ਦੇ ਵਿੱਚ ਸਾਰਾ ਜੋ ਇਹ ਖਾਲੀ ਖਲਾ ਹੈ, ਜੋ ਇਹ ਸ਼ੂਨਿਆ ਹੈ, ਇਹਦੇ ਵਿੱਚ ਜਦੋਂ ਅਸੀਂ ਮਨ ਦੁਆਰਾ ਸੁਰਤੀ ਕਰਕੇ ਗਿਆਨ ਦੁਆਰਾ ਅਸੀਂ ਜਾਗਦੇ ਹਾਂ, ਅਸੀਂ ਇੱਥੇ ਦੇਖਦੇ ਹਾਂ ਸੱਚ ਨੂੰ, ਸੁੰਨ ਨੂੰ ਦੇਖਦੇ ਹਾਂ। ਇੱਥੋਂ ਫਿਰ ਸਾਡੇ ਘਰ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ, ਨਾਮ ਦਾ ਖਜ਼ਾਨਾ, ਅਨਹਦ ਬਾਣੀ ਦਾ ਖਜ਼ਾਨਾ, ਸੱਚ ਦਾ ਖਜ਼ਾਨਾ ਜਿਹੜਾ ਪ੍ਰਗਟ ਹੋ ਜਾਂਦਾ। ਉੱਥੇ ਫਿਰ ਗਿਆਨ ਦੇ ਵਿੱਚ ਮਨ ਜਾਗਦਾ। ਕਿਹੜਾ ਗਿਆਨ? ਅਸਲ ਗਿਆਨ। ਸੋਈ ਦਸ ਉਪਦੇਸੜਾ, ਉਪਦੇਸ਼ ਸੁਣ ਕੇ ਇਸ ਸੁੰਨ ਦੀ ਖੋਜ ਕਰਦਾ ਤੇ ਉੱਥੋਂ ਫਿਰ ਸੱਚ ਤੇ ਸੱਚ ਦੇ ਬਚਨ ਪ੍ਰਗਟ ਹੁੰਦੇ ਨੇ। ਸਤਨਾਮ ਪ੍ਰਗਟ ਹੁੰਦਾ। ਸਤ ਹੋ ਗਿਆ ਪ੍ਰਕਾਸ਼, ਨਾਮ ਹੋ ਗਿਆ ਉਹਦੇ ਮੁਖ ਦੇ ਵਿੱਚੋਂ ਜਿਹੜਾ ਨਿਕਲਦਾ ਅਨਹਦ ਨਾਦ। ਉਹ ਸੱਚ ਤੇ ਨਾਮ ਨੂੰ ਸੁਣਦਾ ਹੋਇਆ ਮਨ ਪ੍ਰਵਾਨ ਹੋ ਜਾਂਦਾ। ਫਿਰ ਮਨ ਅਨੰਤ ਨਹੀਂ ਕਿਸੇ ਪਾਸੇ ਜਾਂਦਾ। ਤਾਂ ਹੀ ਫਿਰ ਜਿਹੜਾ ਤੁਸੀਂ ਗੁਰਮੰਤਰ ਦਾ ਅਭਿਆਸ ਕਰਨਾ ਹੈ, ਇਹ ਵੀ ਸਿੱਧਾ ਇਕੱਲਾ ਹੀ ਨਹੀਂ ਕਰੀ ਜਾਣਾ, ਨਾਲ ਨਾਲ ਕਹੀਦਾ ਵੀ ਨਾਲ ਨਾਲ ਸੁੰਨ ਦੇ ਵਿੱਚ ਧਿਆਨ ਰੱਖਣਾ ਹੈ, ਸੁੰਨ ਨੂੰ ਖੋਜਣਾ ਹੈ, ਤਾਂ ਕਿ ਜਿੰਦਾ ਅਸੀਂ ਜਾਪ ਜਪਦੇ ਹਾਂ ਉਹਦੇ ਦਰਸ਼ਨ ਵੀ ਹੋਣ। ਉਹਦੇ ਨਾਲ ਜੁੜ ਕੇ ਮਨ ਜਿਹੜਾ ਹੈ ਇਸ ਦੇਹੀ ਦੇ ਵਿੱਚੋਂ ਫਿਰ ਪ੍ਰਵਾਨ ਹੁੰਦਾ ਹੈ। ਸੋ ਆਓ ਫਿਰ ਥੋੜ੍ਹਾ ਜਿਹਾ ਅਭਿਆਸ ਕਰਕੇ ਫਿਰ ਸਮਾਪਤੀ ਕਰੀਏ ਜੀ। ਕਰੋ ਸ਼ੁਰੂ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਆਪਾਂ ਜੋ ਜੁਗਤ ਹੈ ਗਿਆਨ, ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਹਿਰਾ, ਗਿਆਨ ਲੈ ਕੇ ਗਿਆਨ ਅਸੀਂ ਪਹਿਲੋਂ ਆਪਦੇ ਮਨ ਦਾ, ਤ੍ਰੈਗੁਣ ਦਾ, ਕਾਲ ਦੀਆਂ ਹੱਟਾਂ ਦਾ ਗਿਆਨ ਲੈਣਾ। ਉਸ ਤੋਂ ਬਾਅਦ
ਆਪ ਫਿਰ ਧਿਆਨ ਦੇ ਵਿੱਚ ਖੋਜ ਕਰਨੀ ਹੈ। ਇਹ ਜੋ ਚੌਥੇ ਪਦ ਹੈ, ਚੌਥੇ ਪਦ ਦੀ ਅਸੀਂ ਖੋਜ ਕਰਨੀ ਆ, ਜੋ ਸਾਡੇ ਅੰਦਰ ਹੈ, ਬਾਹਰ ਹੈ, ਸਾਹਮਣੇ। ਇੱਥੋਂ ਫਿਰ ਸਿਮਰਨ ਕਰਦਿਆਂ ਹੋਇਆਂ ਜਿਵੇਂ ਸਾਨੂੰ ਚੌਥੇ ਪਦ ਦੀ ਖੋਜ ਹੋ ਜਾਂਦੀ ਹੈ। ਕਈ ਵਾਰੀ ਜੀਵਾਂ ਨੂੰ ਸੱਚ ਦੇ ਦਰਸ਼ਨ ਨਹੀਂ ਹੁੰਦੇ, ਪਰ ਉਵੇਂ ਸੁਣ ਵਿੱਚ ਧਿਆਨ ਟਿਕਣ ਲੱਗ ਪੈਂਦਾ। ਉਹ ਜੀਵ ਦਾ ਧਿਆਨ ਚੌਥੇ ਪਦ 'ਚ ਚਲਾ ਗਿਆ। ਜਦੋਂ ਉੱਥੇ ਧਿਆਨ ਚਲਾ ਗਿਆ ਅਤੇ ਵਾਸ ਕਰੇਗਾ, ਧਿਆਨ ਦੁਆਰਾ ਬੈਠੇਗਾ, ਉੱਥੇ ਦਰਸ਼ਨ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ। ਫਿਰ ਜਦੋਂ ਦਰਸ਼ਨ ਨੂੰ ਵੇਖ ਕੇ, ਸੱਚ ਨੂੰ ਦੇਖ ਕੇ ਅਸੀਂ ਨਾਲ ਨਾਲ ਸਹਿਜ ਸਹਿਜ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ। ਜਦੋਂ ਸੱਚ ਨੂੰ ਵੀ ਦੇਖ ਰਹੇ ਹਾਂ, ਸਿਮਰਨ ਵੀ ਕਰ ਰਹੇ ਹਾਂ, ਉੱਥੇ ਫਿਰ ਉਹਨੂੰ ਕਹਿੰਦੇ ਆ ਸੱਚ ਦ੍ਰਿੜ ਕਰਨਾ। ਜਦੋਂ ਸੱਚ ਨੂੰ ਦੇਖ ਰਹੇ ਹਾਂ, ਨਾਦ ਨੂੰ, ਸ਼ਬਦ ਨੂੰ ਸੁਣ ਰਹੇ ਹਾਂ ਅਤੇ ਨਾਲ ਸਿਮਰਨ ਕਰਦੇ ਹਾਂ, ਉਹਨੂੰ ਸੱਚ ਦੇ ਨਾਮ ਦ੍ਰਿੜ ਕਰਨਾ ਕਹਿੰਦੇ ਆ। ਸਹਿਜ ਤੁਹਾਨੂੰ ਗਾਉਣਾ ਕਹਿੰਦੇ ਆ। ਸਹਿਜ ਤੁਹਾਨੂੰ ਸੁਣਦਿਆਂ ਸ਼ਬਦ ਦਾ ਜਾਪ ਜਪਣਾ ਉਹਨੂੰ ਕਹਿੰਦੇ ਸਹਿਜ ਧੁਨ ਗਾਵੀਆ ਜੀਓ। ਅਤੇ ਸੱਚ ਨੂੰ ਦੇਖ ਕੇ ਅਸੀਂ ਸ਼ਬਦ ਦਾ ਅਭਿਆਸ ਕਰਦੇ ਹਾਂ, ਉਹ ਸੱਚ ਨੂੰ ਦ੍ਰਿੜ ਕਰਨਾ ਹੁੰਦਾ। ਅਤੇ ਜਿੰਨੀ ਦੇਰ ਤੱਕ ਸੱਤ ਅਤੇ ਨਾਮ ਨਹੀਂ ਪ੍ਰਗਟ ਹੋਇਆ ਔਰ ਗੁਰਮੰਤਰ ਦਾ ਅਭਿਆਸ ਅਸੀਂ ਕਰਦੇ ਹਾਂ, ਉਹ ਗੁਰਮੰਤਰ ਦ੍ਰਿੜ ਕਰਨਾ ਹੁੰਦਾ। ਇਹ ਯਤਨ ਅਸੀਂ ਓਨੀ ਦੇਰ ਤੱਕ ਕਰਦੇ ਰਹਿਣੇ ਹਾਂ ਜਿੰਨੀ ਦੇਰ ਤੱਕ ਸਾਡਾ ਅੱਗੋਂ ਬ੍ਰਹਮ ਦੇ ਵਿੱਚ ਮਨ ਪ੍ਰਵੇਸ਼ ਹੋ ਕੇ ਪ੍ਰਗਟ ਨਹੀਂ ਹੁੰਦਾ। ਇਹ ਕੋਈ ਔਖਾ ਕੰਮ ਨਹੀਂ ਜੇ ਆਪਾਂ ਸਮਾਂ ਕੱਢੀਏ ਤਾਂ। ਕਈ ਜੀਵ ਸਮਾਂ ਕੱਢਦੇ ਆ, ਪਰ ਉਹ ਕਹਿੰਦੇ ਆ ਵੀ ਅਸੀਂ ਤਾਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਹਾਂ, ਪ੍ਰੈਕਟੀਕਲ ਨਹੀਂ ਕਰਦੇ। ਵਾਹਿਗੁਰੂ ਵਾਹਿਗੁਰੂ ਕੀਤਾ ਅਤੇ ਫਿਰ ਕੰਮ ਕਰਨ 'ਚ ਜੁਟ ਗਿਆ। ਗੁਰੂ ਪਿਆਰਿਓ, ਸਿਮਰਨ ਇਸ ਕਰਕੇ ਕਰਨਾ ਹੈ ਵੀ ਅੱਗੋਂ ਅਗੰਮ ਦੇ ਵਿੱਚੋਂ ਧਨ ਜਿਹੜਾ ਹੈ ਪ੍ਰਗਟ ਹੋਵੇ, ਅਗੰਮ ਦੀ ਪਹਿਚਾਣ ਤਾਂ ਹੋਵੇ। ਜੇ ਇਕੱਲਾ ਹੀ ਆਪਾਂ ਵਾਹਿਗੁਰੂ 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 ਰਾਮ ਰਾਮ ਸੋਹਣ ਸੋਹਣ ਕਰ ਲਿਆ, ਜਾਂ ਮਾੜਾ ਮੋਟਾ ਧਿਆਨ ਧਰ ਲਿਆ, ਜਾਂ ਇੰਨਾ ਇਸ ਕਰਕੇ ਧਿਆਨ ਧਰਨਾ ਹੈ ਵੀ ਮੇਰਾ ਮੱਥਾ ਜਿਹਾ ਹੌਲਾ ਰਵੇ, ਸਿਰ ਜਿਹਾ ਹੌਲਾ ਰਵੇ, ਨੀਂਦਰ ਵਧੀਆ ਆਵੇ, ਉਹ ਤਾਂ ਇੱਕ ਯੋਗਾ ਹੈ, ਪ੍ਰਾਣਾਯਾਮ। ਜੇ ਇਕੱਲਾ ਹੀ ਆਪਾਂ ਸਿਮਰਨ ਕਰੀ ਜਾਣਾ ਤਾਂ ਉਹਦਾ ਸਾਰਾ ਸੰਸਾਰ ਕਰੀ ਜਾਂਦਾ। ਸਿਮਰਨ ਕਰਦਿਆਂ ਉਸ ਤੋਂ ਬਾਅਦ ਸੱਚ ਤੇ ਸੁਣ 'ਚ ਆਸਣ ਲਗਾ ਕੇ, ਸ਼ੂਨਿਆ ਵਿੱਚ ਆਸਣ ਲਗਾ ਕੇ, ਉਹਦੀ ਖੋਜ ਕਰਕੇ ਫਿਰ ਅੱਗੋਂ ਜਿਵੇਂ ਜਿਵੇਂ ਅਨਹਦ ਬਾਣੀ ਦੀ, ਪੰਜ ਸ਼ਬਦਾਂ ਦੀ ਜਿਵੇਂ ਜਿਵੇਂ ਅੱਗੇ ਅਵਸਥਾ ਪ੍ਰਗਟ ਹੁੰਦੀ ਜਾਂਦੀ ਹੈ, ਫਿਰ ਉਹਨੂੰ ਗਾਂਹ ਦੀ ਗਾਂਹ ਸਾਡੀ ਸੁਰਤੀ ਵਾਸ ਕਰਦੀ ਜਾਂਦੀ। ਪਛਾਣ ਸਾਨੂੰ ਹੋ ਜਾਂਦੀ ਹੈ ਸੱਚ ਦੀ, ਪਰ ਫਿਰ ਉਹਦੇ ਵਿੱਚ ਭਿੱਜਣਾ ਕਿਵੇਂ ਆ, ਉਹਦੇ ਵਿੱਚ ਸਮਾਉਣਾ ਕਿਵੇਂ ਆ, ਇਹ ਦਿਨ ਦਿਨ ਕਰਕੇ ਅਸੀਂ ਫਿਰ ਪ੍ਰੈਕਟਿਸ ਕਰਦੇ ਹਾਂ। ਅਤੇ ਇਹ ਇਕੱਲਿਆਂ ਨਾਲ ਸੰਭਵ ਨਹੀਂ। ਜੇ ਆਪਾਂ ਕਹਿ ਦਈਏ ਵੀ ਇਕੱਲਾ ਫੋਨ ਕਰਕੇ ਹੀ ਆਪਾਂ ਸਾਰਾ ਕੋਰਸ ਕਰ ਲਾਂਗੇ, ਉਹ ਵੀ ਸੰਭਵ ਨਹੀਂ। ਫੋਨ 'ਤੇ ਐਮਰਜੈਂਸੀ ਕੋਈ ਇਨਕੁਆਇਰੀ ਜਾਂ ਕੋਈ ਮਾੜਾ ਮੋਟਾ ਪੁੱਛਤਾਛ ਜਾਂ ਕੋਈ ਇੱਕ ਵੈਸੇ ਢੰਗ ਸਿੱਖਿਆ ਜਾ ਸਕਦਾ। ਜਿਹੜੀ ਮਿਹਨਤ ਆ ਉਹ ਤਾਂ ਫਿਰ ਨਾਲ ਰਹਿ ਕੇ ਹੁੰਦੀ ਹੈ। ਆਪ ਨਾਲ ਰਹਿ ਕੇ ਸਿੱਖ ਕੇ ਉਸ ਤੋਂ ਬਾਅਦ ਫਿਰ ਦੁਨਿਆਵੀ ਕਿਰਤ ਵੀ ਕਰੀ ਜਾਣੀ ਆ ਅਤੇ ਸ਼ਬਦ ਦਾ ਅਭਿਆਸ ਵੀ ਕਰੀ ਜਾਣਾ। ਸੋ ਹੈ ਤਾਂ ਉਹੀ ਖੇਡ। ਇੱਕ ਵਾਰ ਸਾਨੂੰ ਪਤਾ ਲੱਗ ਜਾਏ ਵੀ ਦੇਹ ਨੂੰ ਛੱਡਣਾ ਕਿਵੇਂ ਆ, ਦੇਹ ਤੋਂ ਵਿਦੇਹ ਕਿਵੇਂ ਹੋਣਾ ਹੈ। ਇੱਕ ਵਾਰ ਸਾਨੂੰ ਪਤਾ ਲੱਗ ਜਾਏ ਵੀ ਨਾਮ ਨੂੰ ਸੁਣਨਾ ਕਿਵੇਂ ਆ। ਇੱਕ ਵਾਰੀ ਸਾਨੂੰ ਪਤਾ ਲੱਗ ਜਾਏ ਵੀ ਇਹ ਸਰੀਰ ਦੀਆਂ ਅੱਖਾਂ ਤੋਂ ਰਹਿਤ ਹੋ ਕੇ ਮਨ ਦੀ ਜੋਤ ਨਾਲ ਸੱਚ ਦੀ ਜੋਤ ਦੀ ਸੇਵਾ ਕਿਵੇਂ ਕਰਨੀ ਹੈ, ਫਿਰ ਖੇਲ ਚੱਲ ਪੈਂਦਾ। ਫਿਰ ਬੰਦਾ ਕਿਤੇ ਵੀ ਹੋਵੇ, ਕਿਸੇ ਵੀ ਪੋਜੀਸ਼ਨ 'ਚ ਹੋਵੇ, ਉਹ ਸੱਚ ਨੂੰ ਖੋਜਦਾ ਰਹਿੰਦਾ ਹੈ। ਉਹਦਾ ਦਿਨ ਦਿਨ ਕਰਕੇ ਸਵਾਇਆ ਹੁੰਦਾ ਜਾਂਦਾ। ਅਤੇ ਜਦੋਂ ਸਾਨੂੰ ਪਤਾ ਨਹੀਂ ਨਾ ਅਸੀਂ ਮਿਹਨਤ ਕਰਨੀ ਚਾਹੁੰਦੇ ਹਾਂ, ਅਤੇ ਉਵੇਂ ਅਸੀਂ ਇੱਕ ਬਤੂਨੀ ਗਿਆਨ, ਚੁੰਝ ਗਿਆਨ ਲੈ ਕੇ, ਉਹ ਫਿਰ ਇੱਕ ਗੱਲ ਨਹੀਂ ਬਣਦੀ। ਪ੍ਰੈਕਟੀਕਲ ਤਾਂ ਵੇਖੋ ਕਰਨਾ ਪਏਗਾ, ਅਤੇ ਉਹ ਸਿੱਖ ਕੇ ਹੀ ਹੁੰਦਾ ਹੈ। ਫਿਰ ਇਹ ਨਹੀਂ ਵੀ ਇੱਕੇ ਦਿਨ ਕਿਰਪਾ ਹੁੰਦੀ ਆ। ਕਿਰਪਾ ਹੁੰਦੀ ਆ ਸਾਹਿਬ ਮੇਰਾ ਨੀਤ ਨਵਾਂ, ਨਿਤ ਨਿਤ ਕਰਕੇ, ਬਿੰਦ ਬਿੰਦ ਚੁੱਕ ਚੁੱਕ ਕਰਕੇ ਕਿਰਪਾ ਫਿਰ ਹੁੰਦੀ ਹੈ। ਸੋ ਆਓ ਫਿਰ ਇੰਨੇ ਵਚਨ ਕਰਦੇ ਕੋ ਵਾਧਾ ਘਾਟਾ ਸੰਗਤ ਗੁਰੂ ਬਖਸ਼ਣ ਜੋਗ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।